प्यारे गुरु सवारी साध संगत जीओ, आप जी बहुत ही वड्डिया भागां वाले हो जो धन धन साहिब श्री गुरु नानक देव जी के चरण छो प्राप्त स्थान गुरुद्वारा नानक देव साहिब की यात्रा करके जुगो जुग अटल धन धन साहिब श्री गुरु ग्रंथ साहिब जी सन्मुख हो के अपने जीवन दियां अनमोल घड़ियां का आनंद प्राप्त कर रहे थे। आप जी नूं बड़े ही प्यार ते सत्कार दे नाल भाई साहब भाई सुखविंदर सिंह जी हजूरी रागी गुरुद्वारा सीसा साहब गुरबाणी कीर्तना जोड़ते थे। हुण समा है हर रोज़ की तरह गुर इतिहास की विचार का। गुर इतिहास की विचार आप जी नूं भाई साहब भाई बलदेव सिंह जी हैड ग्रंथी साहबान गुरुद्वारा नानकपुर साहब सवन कराउणगे। आप जी इस तरह हाजरियां भर के गुरु दी खुशियां प्राप्त करनियां। गुरु प्यारे साध संगत जीओ, आउण वाली 15 तरीक नूं साहिब श्री गुरु हरगोबिंद साहब जी के प्रकाश पुरब नूं समर्पित गुरुद्वारा मजनू टिला साहब विखे सवेरे अमृत ਵੇਲੇ ਤੋਂ ਲੈ ਕੇ दोपहर तक गुरबाणी कीर्तन दरबार होएगा जी। आप जी गुरुद्वारा मजनू टिला साहब विखे हाजरियां भर के साहिब श्री गुरु हरगोबिंद साहब जी के प्रकाश पुरब समर्पित उत्थे हाजरियां भरनियां जी। 26 तरीक नूं बाबा बंदा सिंह जी बहादुर के शहीदी दिहाड़े समर्पित गुरुद्वारा महरौली साहब विखे आप जी ने हाजरी भरनी। 25/6 ਨੂੰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਆਪ ਜੀ ਨੇ ਸ਼ਹੀਦੀ ਦਿਹਾੜੇ ਸਮਰਪਿਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅਗਲੇ ਸਮੇਂ ਵਾਸਤੇ ਭਾਈ ਸਾਹਿਬ ਜੀ ਪਾਸੋਂ ਕਥਾ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰਨ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਰਾਮਦਾਸ ਗੁਰੂ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੁਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ
ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮੰ ਪਰਵ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ ਧਰ ਕਰ ਮਾਥ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਿਮਲਸਟ ਕਾ ਜੁਤ ਤੈ ਕਰਿਓ। ਪ੍ਰਭ ਸੁਨਤਾ ਹੈ ਪਠਾਵਨ ਕਰਿਓ। ਆਨੋ ਧੰਨਾ ਸਿੰਘ ਹੰਕਾਰ। ਇਸ ਹੀ ਸਿਨ ਕੁਸ ਲਗੇ ਨ ਬਾਰ। 11 ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਾਰੇ ਕਵੀ ਜਿਹੜੇ ਹਨ ਉਹਨਾਂ ਦੇ ਵਿੱਚ ਆਪਸ ਵਿੱਚ ਵਾਰਤਾਲਾਪ ਹੋਈ ਹੈ। ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੰਨ ਧੰਨ ਕਹਿੰਦੇ ਸਨ ਤੇ ਹਿਰਦੇ ਵਿੱਚ ਬਹੁਤ ਪ੍ਰਸੰਨ ਸਨ। ਗੁਰੂ ਜੀ ਸਭਾ ਵਿੱਚੋਂ ਉੱਠੇ ਨੇ ਤੇ ਆਪਣੇ ਮਹਿਲਾਂ ਵਿੱਚ ਚਲੇ ਗਏ। ਭੋਜਨ ਪ੍ਰਸ਼ਾਦ ਛਕਿਆ ਹੈ ਗੁਰੂ ਸਾਹਿਬ ਜੀ ਨੇ। ਫਿਰ ਪਲੰਗ ਦੇ ਉੱਤੇ ਲੇਟ ਕੇ ਆਰਾਮ ਕੀਤਾ। ਇਸ ਪ੍ਰਕਾਰ ਕਵੀਆਂ ਵਿੱਚ ਮਨੋਹਰ ਵਾਰਤਾਲਾਪ ਹੋਇਆ। ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਗੁਣਵਾਨ ਕਵੀ ਰਹਿੰਦੇ ਸਨ ਉਹ ਸਤਿਗੁਰੂ ਜੀ ਦੀ ਕੀਰਤੀ ਸੁਣ ਕੇ ਸਤਿਗੁਰੂ ਜੀ ਦੇ ਪਾਸ ਆਉਂਦੇ ਸਨ। ਸਤਿਗੁਰੂ ਜੀ ਕਰੋੜਾਂ ਰੁਪਏ ਦਾ ਧਨ ਕਵੀਆਂ ਨੂੰ ਦਿੰਦੇ ਸਨ ਤੇ ਜਿਹੜੇ ਕਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਂਦੇ ਸਨ ਦੋਵਾਂ ਲੋਕਾਂ ਦਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ। ਇੱਕ ਅੰਮ੍ਰਿਤ ਰਾਏ ਨਾਮ ਦਾ ਕਵੀ ਆਇਆ ਹੈ। ਉਹਨੇ ਗੁਰੂ ਸਾਹਿਬ ਜੀ ਦੀ ਕੀਰਤੀ ਲਿਖ ਕੇ ਲਿਆਉਣੀ ਕੀਤੀ। ਪਹਿਲਾਂ ਗੁਰੂ ਜੀ ਨੂੰ ਜਾ ਕੇ ਉਹਨੇ ਨਮਸਕਾਰ ਕੀਤੀ। ਫਿਰ ਗੁਰੂ ਜੀ ਦਾ ਸੁੰਦਰ ਸ਼੍ਰੇਸ਼ਟ ਜਸ ਸੁਣਾਇਆ ਉਹਨੇ। ਉਹ ਕਹਿੰਦਾ ਜਾਹੀ ਔਰ ਜਾਹੂੰ ਅਤ ਆਦਰ ਤਹਾਂ ਤੇ ਪਾਉ ਤੇਰੇ ਗੁਣ ਗਨ ਕੋ ਅਗਾਉ ਗਨੇ ਸ਼ੇਸ਼ ਜੂ।
ਜਿਸ ਪਾਸੇ ਵੀ ਮੈਂ ਜਾਂਦਾ ਹਾਂ ਮੈਂ ਬੜਾ ਆਦਰ ਪਾਉਂਦਾ ਹਾਂ। ਤੇਰੇ ਸਾਰੇ ਗੁਣਾਂ ਨੂੰ ਸ਼ੇਸ਼ ਨਾਗ ਪਹਿਲਾਂ ਤੋਂ ਹੀ ਉਚਾਰ ਰਿਹਾ। ਗੁਰ ਪਰਮੇਸ਼ਰ ਏਕੋ ਜਾਣ। ਗੁਰਬਾਣੀ ਦੇ ਵਿੱਚ ਵੀ ਇਹ ਜ਼ਿਕਰ ਆਇਆ ਹੈ। ਕਹਿੰਦੇ ਹੋਰਨਾਂ ਦਰਬਾਰਾਂ ਵਿੱਚ ਜਾ ਕੇ ਸਾਰੇ ਥਾਂ ਹੀ ਆਦਰ ਪਾਉਂਦਾ ਹਾਂ, ਤੇਰੇ ਦਰਬਾਰ ਵਿੱਚ ਮੈਂ ਸਨਿਮਰ ਹੋ ਕੇ ਆ ਸਕਦਾ, ਕਿਉਂਕਿ ਤੇਰਾ ਗੁਣ ਗਾਇਕ ਤਾਂ ਸ਼ੇਸ਼ ਨਾਗ ਆਪ ਹੈ। ਉਹਦੇ ਸਾਹਮਣੇ ਹੋਰ ਕਵੀ ਕੀ ਹਨ? ਕੁਝ ਵੀ ਨਹੀਂ ਹਨ। ਉਹ ਜਿਹੜਾ ਸ਼ੇਸ਼ ਨਾਗ ਹੈ ਉਹਦੀ 1000 ਜੀਭ ਹੈ ਤੇ ਮੇਰੀ ਇੱਕ ਹੈ। ਮੈਂ ਕਿੰਨੀ ਕੁ ਤੇਰੀ ਸਿਫਤ ਕਰ ਸਕਦਾ ਹਾਂ। ਹੀਰ ਚੀਰ ਮੁਕਤਾ ਜੇ ਦੇਤ ਦਿਨ ਪ੍ਰਤ ਦਾਨ, ਤਿਨੇ ਦੇਖ ਦੇਖ ਅਬ ਲਾਖਤ ਤਨੇਸ਼ ਜੂ। ਕਹਿੰਦੇ ਜਿਹੜੇ ਆਪ ਜੀ ਹਰ ਰੋਜ਼ ਹੀਰੇ ਵਸਤਰ ਮੋਤੀ ਦਾਨ ਦਿੰਦੇ ਹੋ ਨਾ ਗੁਰੂ ਸਾਹਿਬ ਜੀ, ਉਹਨਾਂ ਨੂੰ ਵੇਖ ਵੇਖ ਕੇ ਕੁਬੇਰ ਵੀ ਲਲਚਾਉਂਦਾ ਹੈ। ਇਹਨੂੰ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਧਨ ਦਾ ਦੇਵਤਾ ਮੰਨਿਆ ਗਿਆ। ਕਹਿੰਦੇ ਉਹ ਵੀ ਲਲਚਾਉਂਦਾ ਹੈ ਕਿ ਮੈਨੂੰ ਵੀ ਇਹੋ ਜਿਹਾ ਦਾਨ ਮਿਲੇ। ਸ਼੍ਰੀ ਗੁਣਨ ਮੈਂ ਗੁਣੀ ਕਵੀ ਅੰਮ੍ਰਿਤ ਪੜ੍ਹਈਆ ਮੇਰੋ, ਜਬ ਇਨ ਹੀਰੋਂ ਪਿਆਰ ਕੀਜੇ ਅਮਰੇਸ਼ ਜੂ। ਦੇਵਤਿਆਂ ਦੇ ਈਸ਼ਵਰ ਆਪ ਗੁਣੀਆਂ ਤੋਂ ਵੱਡੇ ਗੁਣੀ ਹੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ੀਰ ਨਿਤ ਪਾਰ ਭਈ, ਕੀਰਤ ਤਿਹਾਰੀ ਤੁਮੇ ਕਹਿ ਕੇ ਸੰਦੇਸ਼ ਜੂ। ਕਹਿਣ ਲੱਗਾ ਇਹ ਅੰਮ੍ਰਿਤ ਰਾਏ ਕਵੀ, ਕਹਿੰਦੇ ਖੀਰ ਸਮੁੰਦਰ ਤੋਂ ਵੀ ਤੁਹਾਡੀ ਸਿਫਤ ਜਿਹੜੀ ਪਾਰ ਨਿਕਲ ਗਈ ਹੈ। ਕੇਵਲ ਇੰਨਾ ਸੰਦੇਸ਼ਾ ਕਹਿ ਕੇ ਆਪ ਜੀ ਨੂੰ ਸੁਣਾਉਣ ਲਈ ਮੈਂ ਆਪ ਜੀ ਦੇ ਦਰਬਾਰ ਵਿੱਚ ਆਇਆ ਹਾਂ ਕਿ ਤੁਹਾਡੀ ਸਿਫਤ ਬੜੀ ਉੱਚੀ ਹੈ। ਜਿੱਦਾਂ ਕਿਤੇ ਢਾਡੀ ਨੱਥਾ ਮੱਲ ਤੇ ਭਾਈ ਅਬਦੁੱਲਾ ਜੀ ਨੇ ਢਾਡੀ ਵਾਰ ਕਹਿ ਕੇ 6ਵੇਂ ਪਾਤਸ਼ਾਹ ਦਾ ਜਸ ਗਾਇਆ ਸੀ, ਉਦੋਂ ਵੀ ਕਹਿ ਦਿੱਤਾ ਸੀ ਪੱਗ ਤੇਰੀ ਕੀ ਜਹਾਂਗੀਰ ਦੀ। ਸੱਚੇ ਪਾਤਸ਼ਾਹ ਤੁਹਾਡੇ ਸਾਹਮਣੇ ਤੇ ਸਮੇਂ ਦੇ ਬਾਦਸ਼ਾਹ ਦੀ ਪੱਗ ਜਿਹੜੀ ਕੁਝ ਵੀ ਨਹੀਂ ਹੈ। ਤੁਹਾਡੀ ਜਿਹੜੀ ਦਸਤਾਰ ਹੈ ਇਹਦੀ ਸ਼ੋਭਾ ਉੱਚੀ ਹੈ। ਹੁਣ ਅੰਮ੍ਰਿਤ ਰਾਏ ਕਵੀ ਦੀ ਕਵਿਤਾ ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਬੜਾ ਮਾਣ ਦੇ ਕੇ ਆਪਣੇ ਪਾਸ ਰੱਖਦੇ ਨੇ। ਇਸ ਪ੍ਰਕਾਰ ਗੁਰੂ ਜੀ ਦਾ ਸ਼੍ਰੇਸ਼ਟ ਜਸ ਸੁਣ ਸੁਣ ਕੇ ਸਾਰੇ ਹੀ ਬੜੇ ਪ੍ਰਸੰਨ ਹੁੰਦੇ ਨੇ ਤੇ ਕਹਿੰਦੇ ਕਰਨ ਪ੍ਰਭ ਉਸ ਬ੍ਰਿਜ ਭਾਸ਼ਾ ਵਿੱਚ ਟੀਕਾ ਕੀਤਾ ਸੀ। ਇੱਥੇ ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਪਰ ਜਿਹੜਾ ਕਰਨ ਪਰਬ ਸੀ ਉਹ ਹੰਸ ਰਾਮ ਕਵੀ ਨੇ ਟੀਕਾ ਕੀਤਾ। ਅੰਮ੍ਰਿਤ ਰਾਏ ਕਵੀ ਨੇ ਸਭਾ ਪਰਬ ਬਣਾਇਆ ਸੀ ਜੋ ਪਟਿਆਲੇ ਦੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਹੈ। ਅੰਮ੍ਰਿਤ ਰਾਏ ਕਵੀ ਨੇ ਸਭਾ ਪਰਬ ਬਣਾਇਆ ਤੇ ਹੰਸ ਰਾਮ ਕਵੀ ਨੇ ਕਰਨ ਪਰਬ। ਹੰਸ ਰਾਮ ਕਵੀ ਪਰਬ ਬਣਾਇਓ, ਦਰੋਣ ਪਰਬ ਕੁਵਰੇਸ਼ ਸੁਨਾਇਓ। ਤੇ ਜਿਹੜਾ ਕੁਵਰੇਸ਼ ਕਵੀ ਸੀ ਉਹਨੇ ਦਰੋਣ ਪਰਬ ਸੁਣਾਇਆ ਸੀ। ਇਸ ਤਰ੍ਹਾਂ 52 ਕਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਸੰਨ ਚਿੱਤ ਹੋ ਕੇ ਰਹਿੰਦੇ ਸਨ। ਇੱਕ ਦਿਨ ਸਤਿਗੁਰੂ ਜੀ ਸਭਾ ਲਾ ਕੇ ਬਹੁਤ ਸ਼ੋਭਾ ਪਾ ਕੇ ਬੈਠੇ ਹੋਏ ਸਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉੱਥੇ ਚੱਲ ਕੇ ਇੱਕ ਕਵੀ ਆਇਆ ਜਿਹਦਾ ਨਾਂ ਸੀ ਚੰਦਨ। ਚੰਦਨ ਕਵੀ ਉੱਥੇ ਆਇਆ, ਵਿਦਿਆ ਕਰਕੇ ਬੜਾ ਅਹੰਕਾਰ ਦਾ ਭਰਿਆ ਹੋਇਆ। ਉਹਨੇ ਇੱਕ ਸਵਈਆ ਲਿਖਿਆ ਹੈ ਜਿਸ ਵਿੱਚ ਕੁਝ ਅਰਥ ਛੁਪਾਏ ਹਨ। ਗੁਰੂ ਜੀ ਪਾਸੋਂ ਉਸ ਸਵਈਏ ਦੀ ਪੜਚੋਲ ਕਰਾਉਣ ਦੀ ਅਭਿਲਾਸ਼ਾ ਸੀ। ਹੱਥ ਬੰਨ੍ਹ ਕੇ ਉਹਨੇ ਵੰਦਨਾ ਕੀਤੀ, ਸਤਿਗੁਰੂ ਜੀ ਦੇ ਪਾਸ ਬੈਠ ਗਿਆ
ਤੇ ਫਿਰ ਬੜੇ ਪਿਆਰ ਨਾਲ ਕਹਿਣ ਲੱਗਾ ਵੀ ਦੇਸ਼ ਦੇਸ਼ ਵਿੱਚ ਤੁਹਾਡੀ ਕੀਰਤੀ ਹੋ ਰਹੀ ਹੈ, ਭਾਵ ਹਰ ਥਾਂ ਤੇ ਤੁਹਾਡੀ ਸਿਫਤ ਹੋ ਰਹੀ ਹੈ, ਜਿਸ ਜਿਸ ਪਾਸੇ ਫੈਲੀ ਹੋਈ ਹੈ ਸੁਣੀ ਜਾਂਦੀ ਹੈ, ਤੇ ਸਾਰੀ ਵਿਦਿਆ ਦੇ ਗੁਣੀ ਤੁਹਾਡੇ ਕੋਲ ਰਹਿੰਦੇ ਨੇ, ਜਿਹੜੇ ਤੁਹਾਡੀ ਸਭਾ ਵਿੱਚ ਰਹਿੰਦੇ ਨੇ, ਤੁਸੀਂ ਉਹਨਾਂ ਦਾ ਸਨਮਾਨ ਵੀ ਕਰਦੇ ਹੋ, ਤੁਹਾਡੇ ਪਾਸ ਰਹਿ ਕੇ ਲੱਖਾਂ ਛੰਦਾਂ ਦੀ ਰਚਨਾ ਕਰਦੇ ਨੇ, ਤੁਸੀਂ ਗੁਣਾਂ ਦੇ ਖਜ਼ਾਨੇ ਸਭ ਦੀ ਕਵਿਤਾ ਨੂੰ ਆਪ ਪਰਖਦੇ ਹੋ। ਮੈਂ ਵੀ ਇੱਕ ਨਵਾਂ ਸਵਈਆ ਬਣਾ ਕੇ ਲਿਆਇਆ ਵਾਂ, ਜੋ ਮੈਂ ਨਵਾਂ ਸਵਈਆ ਲਿਖਿਆ ਉਹਦੇ ਵਿੱਚ ਅਜੀਬ ਅਰਥ ਧਰ ਦਿੱਤਾ ਹੈ। ਤੁਹਾਡੀ ਸਭਾ ਵਿੱਚ ਕੋਈ ਐਸਾ ਹੈ ਹੀ ਨਹੀਂ ਜਿਹੜਾ ਇਹਦੇ ਵਿਚਲੇ ਅਰਥਾਂ ਨੂੰ ਪ੍ਰਗਟ ਕਰੇ, ਕਿਉਂਕਿ ਅਹੰਕਾਰ ਸਿਰ ਤੇ ਚੜ੍ਹਿਆ ਹੋਇਆ ਸੀ, ਤੇ ਅਹੰਕਾਰ ਦੇ ਵਿੱਚ ਮੱਤ ਮਾਰੀ ਗਈ ਚੰਦਨ ਕਵੀ ਦੀ ਸਤਿਗੁਰੂ ਜੀ ਨੂੰ ਕਹਿੰਦਾ ਵੀ ਜਿਹੜੇ ਤੁਹਾਡੇ ਕੋਲ ਵਿਦਵਾਨ ਕਵੀ ਨੇ ਉਹ ਮੇਰੇ ਸਵਈਏ ਦੇ, ਮੇਰੀ ਕਵਿਤਾ ਦੇ ਅਰਥ ਨਹੀਂ ਕਰ ਸਕਦੇ। ਜਿੱਦਾਂ ਇੱਕ ਵਾਰੀ ਮਾਂ ਭਾਗ ਭਰੀ ਦਾ ਪੁੱਤਰ ਭਾਈ ਮਾਧੋ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਗਿਆ ਸੀ। ਭਾਈ ਮਾਧੋ ਨੇ ਆਖਿਆ ਮੈਂ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਨ ਚੱਲੇ ਆਂ, ਤੇ ਆਪਾਂ ਚੱਲੀਏ। ਸੁੰਦਰਦਾਸ ਇਸ ਵਾਸਤੇ ਤਿਆਰ ਨਹੀਂ ਹੋਇਆ ਕਿ ਮੈਂ ਜਾ ਕੇ ਮੱਥਾ ਟੇਕਾਂਗਾ, ਗੁਰੂ ਦੀ ਰਹਿਮਤ ਮਿਲੇਗੀ। ਇਸ ਵਾਸਤੇ ਤਿਆਰ ਹੋਇਆ ਕਿ ਜਿੱਦਾਂ ਰੋਜ਼ ਜਾਂਦਾ ਸੀ, ਉਹ ਆਪ ਸਵਾਲ ਕਰਦਾ ਸੀ ਤੇ ਆਪ ਹੀ ਉੱਤਰ ਦਿੰਦਾ ਸੀ। ਤਰੋੜ ਮਰੋੜ ਕੇ ਸਵਾਲ ਪੇਸ਼ ਕਰਨਾ, ਤੇ ਫਿਰ ਜਦੋਂ ਕਿਸੇ ਨੂੰ ਉੱਤਰ ਨਾ ਆਉਣਾ ਤੇ ਆਪ ਉੱਤਰ ਦੇਣਾ, ਤੇ ਨਾਲੇ ਤਾੜੀਆਂ ਮਾਰ ਕੇ ਹੱਸਣਾ। ਅੱਜ ਬੜਾ ਵੱਡਾ ਭੁਲੇਖਾ ਪੈ ਗਿਆ ਸੁੰਦਰਦਾਸ ਨੂੰ। ਕਹਿੰਦੇ ਚੱਲ ਮਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ, ਅੱਜ ਵੇਖਾਂਗੇ ਵੀ ਗੁਰੂ ਮੇਰੇ ਸਵਾਲ ਦਾ ਉੱਤਰ ਦੇ ਸਕਦਾ ਹੈ ਕਿ ਨਹੀਂ। ਜਾ ਕੇ ਜਦੋਂ ਲਾਈਨ ਦੇ ਵਿੱਚ ਖੜਾ ਹੋਇਆ ਨਾ, ਕਤਾਰ ਦੇ ਵਿੱਚ, ਬੜੀ ਲੰਮੀ ਕਤਾਰ ਲੱਗੀ ਹੋਈ ਮੱਥਾ ਟੇਕਣ ਵਾਲਿਆਂ ਦੀ, ਤੇ ਕਤਾਰ ਵਿੱਚੋਂ ਸਿਰ ਬਾਹਰ ਕੱਢ ਕੱਢ ਕੇ ਵੇਖਦਾ ਹੈ ਵੀ ਕਿੰਨੇ ਕੁ ਜਾਣੇ ਅੱਗੇ ਰਹਿ ਗਏ ਨੇ। ਇਹ ਬੰਦੇ ਦਾ ਸੁਭਾਅ ਹੁੰਦਾ ਹੈ। ਕਿਤੇ ਰੇਲਵੇ ਸਟੇਸ਼ਨ ਤੇ ਤੁਹਾਡੇ ਵਿੱਚੋਂ ਕੋਈ ਟਿਕਟ ਬੁੱਕ ਕਰਾਉਣ ਗਿਆ ਹੋਵੇ, ਹੁਣ ਤੇ ਆਨਲਾਈਨ ਹੀ ਹੋ ਜਾਂਦੀਆਂ, ਤੇ ਬੜੀ ਲੰਬੀ ਲਾਈਨ ਲੱਗੀ ਹੁੰਦੀ ਹੈ, ਬੰਦਾ ਵੇਖਦਾ ਵੀ ਵਾਰੀ ਨਹੀਂ ਆਈ। ਕਈ ਵਾਰੀ ਬਹੁਤ ਦੇਰ ਲੱਗ ਜਾਂਦੀ ਸੀ। ਇੱਥੇ ਹੁਣ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਹੈ, ਤੇ ਸੁੰਦਰਦਾਸ ਬਾਹਰ ਨੂੰ ਮੂੰਹ ਕੱਢ ਕੱਢ ਕੇ ਵੇਖਦਾ ਵੀ ਕਦੋਂ ਵਾਰੀ ਆਊਗੀ। ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਕਹਿੰਦੇ ਭਾਈ ਅੱਗੇ ਆ ਜਾ, ਲਾਈਨ ਤਾਂ ਬੜੀ ਲੰਬੀ ਹੈ ਪਰ ਤੇਰੇ ਅੰਦਰ ਧੀਰਜ ਨਹੀਂ ਹੈਗੀ। ਜਦੋਂ ਮੱਥਾ ਟੇਕਣ ਲੱਗਾ ਤੇ ਗੁਰੂ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਕਹਿੰਦੇ ਮੱਥਾ ਬਾਅਦ ਚ ਟੇਕੀ, ਪਹਿਲਾਂ ਸਵਾਲ ਪੁੱਛ ਲੈ ਜਿਹੜੇ ਪੁੱਛਣ ਆਏ ਨੇ। ਬਸ ਉਹ ਬਾਂਹ ਮਾਰ ਕੇ ਰੋ ਪਿਆ। ਸਤਿਗੁਰੂ ਕਹਿੰਦੇ ਲੋਕਾਂ ਨੂੰ ਜਿੱਤਣ ਦਾ ਦਾਅਵਾ ਕਰਦੇ ਤੇ ਆਪਣਾ ਜਨਮ ਤੇ ਹਾਰੀ ਜਾ ਰਹੇ ਹੈ। ਕਦੇ ਇਹ ਜ਼ਿੰਦਗੀ ਦੀ ਬਾਜੀ ਜਿੱਤਣ ਦੇ ਵੱਲ ਧਿਆਨ ਨਹੀਂ ਕੀਤਾ। ਸਤਿਗੁਰੂ ਜੀ ਦੇ ਪਾਸ ਹੀ ਰਹਿ ਪਿਆ। ਗੁਰਬਾਣੀ ਦੀ ਸੰਥਿਆ ਲਈ ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦਾ ਹੈ, ਤੇ ਸੁਖਮਨੀ ਸਾਹਿਬ ਦਾ ਪਾਠ ਬੜੇ ਪਿਆਰ ਨਾਲ ਕਰਦਾ ਹੈ। ਜਦੋਂ ਕੁਝ ਸਮੇਂ ਬਾਅਦ ਵਾਪਸ ਗਿਆ ਤੇ ਮਾਂ ਦੇ ਕੋਲ ਬਹਿ ਕੇ ਹੁਣ ਬਾਣੀ ਪੜ੍ਹੀ ਹੈ, ਤੇ ਮਾਂ ਨੂੰ ਬੜਾ ਆਨੰਦ ਆਇਆ। ਕਹਿੰਦੀ ਪੁੱਤ ਮੈਨੂੰ ਵੀ ਲੈ ਜਾ ਉੱਥੇ, ਜਿੱਥੋਂ ਤੈਨੂੰ ਦਾਤ ਮਿਲੀ ਹੈ ਨਾ, ਮੈਨੂੰ ਵੀ ਲੈ ਜਾ। ਕਹਿੰਦਾ ਮਾਂ ਸਰੀਰ ਤੇਰਾ ਬਿਰਧ ਹੈ, ਉਮਰ ਤੇਰੀ ਵਡੇਰੀ ਹੈ, ਤੇ ਪੈਂਡਾ ਬੜਾ ਲੰਬਾ ਏ, ਕਿੱਥੇ ਕਸ਼ਮੀਰ
ਤੇ ਕਿੱਥੇ ਅੰਮ੍ਰਿਤਸਰ ਦੀ ਧਰਤੀ। ਤੂੰ ਇੱਥੇ ਬਹਿ ਕੇ ਯਾਦ ਕਰਿਆ ਕਰ, ਮੈਨੂੰ ਭਰੋਸਾ ਇੱਕ ਦਿਨ ਮੇਰੀ ਪੀਰੀ ਦੇ ਮਾਲਕ ਜ਼ਰੂਰ ਆਉਣਗੇ। ਤੇ ਮਾਂ ਨੇ ਯਾਦ ਕਰਨਾ ਤੇ ਨਾਲੇ ਅੱਖਾਂ ਵਿੱਚੋਂ ਪਾਣੀ ਵਗਣਾ। ਗੁਰੂ ਸਾਹਿਬ ਨੂੰ ਯਾਦ ਕਰਦੀ ਕਰਦੀ ਦੇ ਅੱਖਾਂ ਦੀ ਜੋਤ ਵੀ ਚਲੇ ਗਈ। ਪਰ ਭਰੋਸਾ ਨਹੀਂ ਜੇ ਟੁੱਟਾ। ਉਸੇ ਭਰੋਸੇ ਨਾਲ ਯਾਦ ਕਰਦੀ ਹੈ। ਇੱਕ ਗੁਰੂ ਸਾਹਿਬ ਵਾਸਤੇ ਸੂਤ ਦਾ ਵਸਤਰ ਵੀ ਬਣਾਇਆ ਹੈ। ਸਤਿਗੁਰੂ ਦਰਸ਼ਨ ਦਿਓ ਤੇ ਭੇਟਾ ਲੈ ਜਾਓ, ਇਹ ਅਰਦਾਸ ਕਰਦੀ। ਇੱਕ ਦਿਨ ਦਰਵਾਜ਼ਾ ਖੜਕਿਆ। ਜਦੋਂ ਦਰਵਾਜ਼ਾ ਖੋਲ੍ਹਿਆ ਤੇ ਮੇਰੀ ਪੀਰੀ ਦੇ ਮਾਲਕ ਖੜੇ ਨੇ, ਨਾਲ ਸੰਗਤ ਹੈ। ਅੰਦਰ ਪ੍ਰਵੇਸ਼ ਕਰਵਾਇਆ। ਗੁਰੂ ਜੀ ਨੂੰ ਵਿਛਾ ਕੇ ਬਿਠਾ ਕੇ ਦੂਸਰੇ ਕਮਰੇ ਵਿੱਚੋਂ ਮਾਂ ਦਾ ਹੱਥ ਪਕੜ ਕੇ ਲੈ ਕੇ ਆਇਆ। ਮਾਂ ਮੇਰੀ ਪੀਰੀ ਦੇ ਮਾਲਕ ਆ ਗਈ। ਅੱਜ ਰਹਿਮਤ ਹੋ ਗਈ। ਮਾਂ ਨੂੰ ਚਾਅ ਚੜ ਗਿਆ। ਜਦੋਂ ਗੁਰੂ ਨੇ ਵੇਖਿਆ ਵੀ ਇਹ ਤਾਂ ਮਾਂ ਅਰਦਾਸਾਂ ਕਰਦੀ ਰਹੀ ਹੈ ਕਿ ਇਹਨਾਂ ਨੇਤਰਾਂ ਨਾਲ ਆਪ ਜੀ ਦੇ ਦਰਸ਼ਨ ਕਰਨੇ ਨੇ, ਤੇ ਹੁਣ ਦਰਸ਼ਨ ਤੇ ਦੇਣੇ ਹੀ ਪੈਣੇ ਆ। ਉਹਨਾਂ ਮਾਈ ਦੇ ਵਿਹੜੇ ਵਿੱਚ ਵਰਛਾ ਮਾਰਿਆ, ਜ਼ਮੀਨ ਦੇ ਵਿੱਚ ਜਦੋਂ ਪੁੱਟਿਆ ਤੇ ਜਲ ਦਾ ਫੁਹਾਰਾ ਫੁੱਟਿਆ। ਕਹਿਣ ਲੱਗੇ ਮਾਂ ਨੇਤਰ ਧੋਲਾ, ਜੋਤ ਆ ਜਾਏਗੀ। ਮਾਂ ਨੇ ਨੇਤਰ ਧੋਤੇ, ਜੋਤ ਆ ਗਈ। ਰੱਜ ਰੱਜ ਕੇ ਦਰਸ਼ਨ ਕੀਤੇ। ਉੱਥੇ ਚਸ਼ਮਾ ਸਾਹਿਬ ਗੁਰਦੁਆਰਾ ਬਣਿਆ ਹੋਇਆ। ਜਦੋਂ ਚੱਲਣ ਲੱਗੇ ਤੇ ਗੁਰੂ ਦੇ ਚਰਨ ਫੜ ਲਏ। ਮੇਰੇ ਤੇ ਕੁਝ ਹੀ ਸਵਾਸ ਬਾਕੀ ਨੇ। ਗੁਰੂ ਜੀ ਰੁਕ ਗਏ। ਗੁਰੂ ਦੀ ਹਜ਼ੂਰੀ ਵਿੱਚ ਮਾਂ ਭਾਗ ਭਰੀ ਨੇ ਪ੍ਰਾਣ ਤਿਆਗੇ ਤੇ ਸੱਚਖੰਡ ਪਹੁੰਚ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਵੇਂ ਸਵਾਲ ਪੁੱਛਣ ਗਿਆ ਸੀ, ਗੁਰੂ ਨੇ ਤਾਰ ਦਿੱਤਾ। ਸੁੰਦਰ ਦਾਸ ਵੀ ਤਰ ਗਿਆ। ਇੱਥੇ ਹੁਣ ਚੰਦਨ ਕਵੀ ਆਏ। ਪਾਰ ਉਤਾਰਾ ਇਹਦਾ ਵੀ ਹੋਣਾ ਹੈ, ਪਰ ਪਹਿਲਾਂ ਇਹਦਾ ਅਹੰਕਾਰ ਤੋੜਨਗੇ। ਕਹਿੰਦਾ ਮੈਨੂੰ ਇਹ ਹੈ ਕਿ ਤੁਹਾਡੇ ਜਿਹੜੇ ਕੋਲ ਰਹਿੰਦੇ ਨੇ ਨਾ ਕਵੀ, ਉਹ ਮੇਰੇ ਇਸ ਸਵਈਏ ਦੇ ਵਿਚਲੇ ਅਰਥਾਂ ਨੂੰ ਪ੍ਰਗਟ ਨਹੀਂ ਕਰ ਸਕਦੇ। ਕੋਈ ਤੁਹਾਡੇ ਪਾਸ ਐਸਾ ਨਹੀਂ ਜਿਹੜਾ ਇਹਦੇ ਵਿਚਲੇ ਅਰਥ ਪ੍ਰਗਟ ਕਰੇ ਜੀ। ਸੁਨ ਅਹੰਕਾਰ ਸਮੇਤ ਉਬਾਚਾ, ਬੋਲਿਓ ਪਾਤਸ਼ਾਹ ਗੁਰ ਸਾਚਾ। ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਅਹੰਕਾਰ ਦੇ ਬੋਲ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਜਿਵੇਂ ਆਪਣੀ ਮੱਤ ਕਰਕੇ ਬਣਾਇਆ ਉਸੇ ਤਰ੍ਹਾਂ ਸਾਨੂੰ ਸੁਣਾ ਦੇ। ਜਦੋਂ ਇਹਨੇ ਸੁਣਾਇਆ ਤੇ ਸਤਿਗੁਰੂ ਕਹਿਣ ਲੱਗੇ ਵੀ ਆਪਣੇ ਅਹੰਕਾਰ ਨੂੰ ਦੂਰ ਕਰ। ਜਿਹੜਾ ਅਹੰਕਾਰ ਹੈ ਨਾ, ਇਹਨੂੰ ਦੂਰ ਕਰ। ਇਹੋ ਜਿਹੇ ਛੰਦਾਂ ਦੇ ਅਰਥ ਤੇ ਸਾਡੇ ਭਾਈ ਉਚਾਰਨ ਕਰ ਸਕਦੇ ਨੇ। ਜਿਹੜੇ ਸਾਡੇ ਸੇਵਕ ਕਵੀਆਂ ਦੇ ਘੋੜਿਆਂ ਦੀ ਸੇਵਾ ਕਰਦੇ ਆ ਨਾ, ਉਹ ਵੀ ਇਹਨਾਂ ਦੇ ਅਰਥ ਦੱਸ ਸਕਦੇ ਆ। ਨਾਲੇ ਇਹ ਜੋ ਸਵਈਆ ਵਾ ਕਵੀਆਂ ਦੇ ਲਾਇਕ ਨਹੀਂ ਹੈ। ਸਾਡੇ ਭਾਈ ਆਪਸ ਵਿੱਚ ਮਿਲ ਕੇ ਕਵਿਤਾਵਾਂ ਦੀ ਰਚਨਾ ਕਰਦੇ ਨੇ। ਸਾਡੇ ਸ਼ਾਂਤ ਸਭਾ ਵਿੱਚ ਬੜੇ ਰਸ ਵਾਲੇ ਕਵੀ ਹਨ, ਜਿਨ੍ਹਾਂ ਦੀ ਕਵਿਤਾ ਪੜ੍ਹਨ ਦੇ ਨਾਲ ਰਸ ਦੀ ਵਰਖਾ ਹੁੰਦੀ ਹੈ। ਤੇਰਾ ਸਵਈਆ ਕਵੀਆਂ ਦੀ ਸਭਾ ਵਿੱਚ ਪੜ੍ਹਿਆ ਜਾਣ ਵਾਲਾ ਨਹੀਂ ਹੈ। ਫਿਰ ਆਖਿਆ ਚੰਦਨ ਕਵੀ ਹੈਰਾਨ ਹੋ ਗਿਆ ਕਿ ਗੁਰੂ ਦੇ ਘਾਹ ਖੋਦਣ ਵਾਲੇ ਵੀ ਇਹਦਾ ਅਰਥ ਕਰ ਦੇਣਗੇ। ਕਹਿੰਦਾ ਇੱਕ ਘਾਈ ਨੂੰ ਬੁਲਾਓ ਤੇ ਉਹ ਅਰਥ ਸੁਣਾਵੇ ਤੇ ਮੈਨੂੰ ਵੀ ਭਰੋਸਾ ਆ ਜਾਵੇ। ਹੁਣ ਗੁਰੂ ਸਾਹਿਬ ਜੀ ਇੱਕ ਸਿੱਖ ਨੂੰ ਬੁਲਾਉਣਗੇ, ਫਿਰ ਉਹ ਇਹਦੇ ਅਰਥ ਕਰੇਗਾ। ਉਹਦਾ ਨਾਂ ਹੈ ਭਾਈ ਧੰਨਾ ਸਿੰਘ ਜੀ। ਆਓ ਜਿਸ ਤਰ੍ਹਾਂ ਕਵੀ ਜੀ ਬਿਆਨ ਕਰਦੇ ਨੇ, ਪਿਆਰ ਸਤਿਕਾਰ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਹੇਮ ਲਸਟਕਾ ਜੁਤ ਤੈ ਖਰਿਓ, ਪ੍ਰਭ ਸੁਨਤਾ ਹੈ ਪਟਾਵਨ ਕਰਿਓ। ਉਥੇ ਸੋਨੇ ਦੀ ਸੋਟੀ ਲੈ ਕੇ ਇੱਕ ਚੋਬਦਾਰ ਖੜਾ ਸੀ।
ਚੌਬਦਾਰ ਖੜਾ ਸੀ ਤੇ ਜਦੋਂ ਉਸ ਚੌਬਦਾਰ ਵੱਲ ਨੂੰ ਸਤਿਗੁਰੂ ਜੀ ਨੇ ਦੇਖਿਆ ਜਾਂ ਗੁਰੂ ਨੇ ਇਸ਼ਾਰਾ ਕੀਤਾ, ਗੁਰੂ ਨੇ ਬੋਲਣਾ ਕੀਤਾ, ਤੇ ਜਦੋਂ ਉਹਨੇ ਗੁਰੂ ਸਾਹਿਬ ਜੀ ਦੇ ਨੇਤਰਾਂ ਵਿੱਚ ਨੇਤਰ ਪਾਏ ਤੇ ਸਤਿਗੁਰੂ ਨੇ ਉਸ ਨੂੰ ਭੇਜਣਾ ਕੀਤਾ ਜੀ। ਆਨੋ ਧੰਨਾ ਸਿੰਘ ਹੰਕਾਰ, ਇਸੇ ਸਿਨ ਕੁਛ ਲਗੇ ਨ ਪਾਰ। ਸਤਿਗੁਰੂ ਕਹਿਣ ਲੱਗੇ ਭਾਈ ਜਾਓ ਧੰਨਾ ਸਿੰਘ ਨੂੰ ਬੁਲਾ ਕੇ ਲਿਆਵੋ, ਉਹਨੂੰ ਕਿਹੋ ਜੇ ਇਸੇ ਸਮੇਂ ਚੱਲ ਕੇ ਆਵੇ, ਇਸ ਵਿੱਚ ਕੋਈ ਦੇਰ ਨਾ ਲੱਗੇ ਜੀ। ਸਤਿਗੁਰ ਹੁਕਮ ਮਾਨ ਸੋ ਗਇਓ, ਧੰਨਾ ਸਿੰਘ ਸੰਗ ਕਹਿ ਦਇਓ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਉਹ ਚਲੇ ਗਿਆ ਤੇ ਧੰਨਾ ਸਿੰਘ ਨੂੰ ਨਾਲ ਚੱਲਣ ਵਾਸਤੇ ਕਿਹਾ ਜੀ। ਸੁਨ ਕੇ 300 ਭੂਜਨ ਕੀਨਾ, ਕਿਵ ਸਮਰਿਆ ਮੁਝ ਕਉ ਪਰਬੀਨਾ। ਤੇ ਜਦੋਂ ਭਾਈ ਧੰਨਾ ਸਿੰਘ ਨੂੰ ਕਿਹਾ ਨਾ ਗੁਰੂ ਸਾਹਿਬ ਜੀ ਤੈਨੂੰ ਬੁਲਾਉਂਦੇ ਨੇ, ਤੇ ਭਾਈ ਧੰਨਾ ਸਿੰਘ ਜੀ ਕਹਿਣ ਲੱਗੇ ਚੌਬਦਾਰ ਨੂੰ ਵੀ ਮੈਨੂੰ ਦੱਸੋ ਗੁਰੂ ਜੀ ਨੇ ਕਿਵੇਂ ਯਾਦ ਕੀਤਾ ਹੈ ਜੀ। ਚੌਬਦਾਰ ਤਬ ਕਹਿਓ ਪਰ ਸੰਗ, ਜਿਮ ਗੁਣ ਪਨਿਓ ਕਵੀ ਕੇ ਸੰਗ। ਚੌਬਦਾਰ ਨੇ ਫਿਰ ਸਾਰਾ ਪ੍ਰਸੰਗ ਸੁਣਾਇਆ ਜਿਹੜਾ ਚੰਦਨ ਕਵੀ ਦੇ ਨਾਲ ਗੁਰੂ ਜੀ ਦਾ ਵਾਰਤਾਲਾਪ ਹੋਇਆ ਸੀ ਜੀ। ਧੰਨਾ ਸਿੰਘ ਸਜਾਨ ਸਭ ਜਾਣੀ, ਸਫਲ ਕਰੀ ਚਾਹੇ ਗੁਰਬਾਣੀ। ਤੇ ਧੰਨਾ ਸਿੰਘ ਬੜਾ ਸਿਆਣਾ ਸੀ, ਉਹ ਸਭ ਜਾਣ ਗਿਆ ਕਿ ਗੁਰੂ ਜੀ ਦੇ ਬਚਨਾਂ ਨੂੰ ਸਫਲਾ ਕਰਨਾ ਚਾਹੁੰਦਾ ਸੀ ਜੀ। ਬਹੁਤ ਮੋਲ ਕੇ ਬਸਤਰ ਉਤਾਰੇ, ਜੀਰਨ ਮੋਟ ਦੇਹ ਪਰ ਤਾਰੇ। ਬਹੁਤ ਕੀਮਤੀ ਵਸਤਰ ਉਹਨੇ ਉਤਾਰ ਦਿੱਤੇ ਤੇ ਬਹੁਤ ਪੁਰਾਣੇ ਤੇ ਮੋਟੇ ਜੇ ਕੱਪੜੇ ਸਰੀਰ ਤੇ ਪਾ ਲਏ, ਜਿਹੜੇ ਸੇਵਾ ਕਰਨ ਲੱਗਿਆਂ ਪਾਉਂਦਾ ਸੀ। ਤੇ ਜਿਹੜੇ ਵਸਤਰ ਉਹਨੇ ਉਸ ਵੇਲੇ ਪਾਏ ਹੋਏ ਸਨ, ਜਿਸ ਤਰ੍ਹਾਂ ਆਪਾਂ ਕਰੀਏ ਵੀ ਸੇਵਾ ਕਰਕੇ ਇਸ਼ਨਾਨ ਆਦਿ ਕਰਕੇ ਫਿਰ ਸੋਹਣੇ ਵਸਤਰ ਪਾ ਲਏ, ਤੇ ਹੁਣ ਉਹ ਸੋਹਣੇ ਵਸਤਰ ਉਤਾਰ ਦਿੱਤੇ ਨੇ ਕਿ ਵੇਖਣ ਨੂੰ ਵੀ ਲੱਗੇ ਵੀ ਸਿੱਧਾ ਸਾਦਾ ਜਿਹਾ ਬੰਦਾ ਹੈ, ਇਹ ਕੀ ਅਰਥ ਕਰ ਲੇਗਾ। ਚੰਦਨ ਨੂੰ ਇੱਕ ਵਾਰੀ ਭੁਲੇਖਾ ਪੈ ਜੇ, ਮਾੜੇ ਮੋਟੇ ਜਿਹੇ ਜਿਹੜੇ ਕੱਪੜੇ ਉਹ ਸਰੀਰ ਤੇ ਧਾਰਨ ਕੀਤੇ ਹਨ ਜੀ। ਇੱਕ ਖੁਰ ਪਾਲੇ ਘਰ ਜੁਤ ਜਾਰੀ, ਕੱਟੀ ਕਰ ਸੇ ਕੰਧ ਪਰ ਡਾਰੀ। ਇੱਕ ਖੁਰਪਾ ਲਿਆ ਤੇ ਇੱਕ ਘਾਹ ਪਾਉਣ ਵਾਲਾ ਤੰਗੜ ਲਿਆ, ਇਕੱਠਾ ਕਰਕੇ ਮੋਢੇ ਉੱਤੇ ਧਰ ਲਿਆ ਜੀ। ਸਭ ਕਾਹੀ ਕੋ ਭੇਗ ਬਣਾਇਓ, ਸੰਗ ਮਹੀਨ ਸਭਾ ਮੈਂ ਆਇਓ। ਜਿਸ ਤਰ੍ਹਾਂ ਘਾਹ ਲੈਣ ਜਾਣ ਸਮੇਂ ਦਾ ਭੇਖ, ਤੰਗੜ ਵੀ ਕੋਲ, ਉਹ ਖੁਰਪਾ ਰੰਬਾ ਕਹਿ ਲੋ ਉਹ ਵੀ ਕੋਲ, ਐਸਾ ਭੇਖ ਬਣਾਇਆ, ਸ਼ੰਕਾ ਰਹਿਤ ਹੋ ਕੇ ਸਭਾ ਵਿੱਚ ਆਇਆ ਜੀ। ਗੁਰ ਪਦ ਪਦਮ ਕੀਨ ਤਬ ਨਮੋ, ਉਚਿਤ ਥਾਨ ਬੈਠਿਓ ਤੈ ਸਮੋ। ਗੁਰੂ ਜੀ ਦੇ ਚਰਨ ਕਮਲਾਂ ਉੱਤੇ ਭਾਈ ਧੰਨਾ ਜੀ ਨੇ ਨਮਸਕਾਰ ਕੀਤੇ, ਉਸ ਸਮੇਂ ਉਚਿਤ ਸਥਾਨ ਤੇ ਬੈਠ ਗਿਆ ਜੀ। ਸ੍ਰੀ ਕਲਗੀਧਰ ਹੁਕਮ ਉਚਾਰਾ, ਏਕਵ ਹੈ ਮਤਵਾਨ ਉਦਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਫਿਰ ਆਗਿਆ ਕੀਤੀ, ਹੁਕਮ ਕੀਤਾ, ਆਖਿਆ ਭਾਈ ਧੰਨਾ ਸਿੰਘ ਜੀ, ਇਹ ਜਿਹੜਾ ਸਾਹਮਣੇ ਕਵੀ ਬੈਠਾ ਹੈ ਇਹ ਵੱਡਾ ਬੁੱਧੀਮਾਨ ਕਵੀ ਹੈ ਜੀ। ਰਚ ਕਰ ਆਨਿਓ ਏਕ ਸਵਈਆ, ਅਰਥ ਵਿਚਾਰੋ ਦੇਹੁ ਸੁਣਈਆ। ਤੇ ਇਹਦੇ ਅਰਥ ਵਿਚਾਰ ਕੇ ਸੁਣਾ ਦੇਵੋ, ਇਹ ਇੱਕ ਸਵਈਆ ਬਣਾ ਕੇ ਲਿਆਇਆ ਹੈ ਜੀ। ਸੁਨ ਤੰਨਾ ਸਿੰਘਾਰਤ ਬਖਾਨਾ, ਤ੍ਰੈ ਖੋਰਸ ਬਰਖਨ ਬੈਵਾਨਾ। ਤੇ ਇਹ ਸੁਣ ਕੇ ਧੰਨਾ ਸਿੰਘ ਨੇ ਉਸ ਸਵਈਏ ਦੇ ਅਰਥ ਕੀਤੇ ਹਨ। ਉਹ ਸਵਈਆ ਇੱਕ ਵਾਰੀ ਮੈਂ ਆਪ ਜੀ ਨੂੰ ਪਾਠ ਕਰਕੇ ਸੁਣਾ ਦੇਣਾ ਹਾਂ, ਫਿਰ ਆਪਾਂ ਅਰਥ
ਵਿਚਾਰਾਂਗੇ। ਜਿਹੜਾ ਚੰਦਨ ਕਵੀ ਸਵਈਆ ਬਣਾ ਕੇ ਲਿਆਇਆ ਸੀ, ਨਵ ਸਾਤ ਤੀਏ ਨਵ ਸਾਤ ਕੀਏ, ਨਵ ਸਾਤ ਪੀਏ ਨਵ ਸਾਤ ਪਿਆਏ, ਨਵ ਸਾਤ ਰਚੇ ਨਵ ਸਾਤ ਬਦੇ, ਨਵ ਸਾਤ ਪਿਆ ਪੈਦਾ ਇਕ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵि ਚੰਦਨ ਚੰਦ ਕਲੇਵਰ ਛਾਏ। ਇਹ ਸਵਈਆ ਜਿਹਦਾ ਚੰਦਨ ਕਵੀ ਕਹਿੰਦਾ ਵੀ ਮੇਰੇ ਸਵਈਏ ਦਾ ਕਿਸੇ ਨੂੰ ਅਰਥ ਨਹੀਂ ਆਵੇਗਾ, ਜਿਹੜੇ ਤੁਹਾਡੇ ਕੋਲ ਵਿਦਵਾਨ ਰਹਿੰਦੇ ਨੇ। ਗੁਰੂ ਸਾਹਿਬ ਨੇ ਭਾਈ ਧੰਨਾ ਜੀ ਨੂੰ ਆਖਿਆ ਵੀ ਸੁਣਾਓ। ਧੰਨਾ ਸਿੰਘ ਨੇ ਸੁਣ ਕੇ ਅਰਥ ਕੀਤਾ, ਤ੍ਰਿਆ ਖੋੜਸ ਬਰਖਨ ਪੈਵਾਨਾ, ਕਹਿੰਦੇ 16 ਵਰਿਆਂ ਦੀ ਇੱਕ ਇਸਤਰੀ ਹੈ ਜੀ। ਤਨ ਖੋਰਸ ਸਿੰਗਾਰ ਸੁਹਾਇਓ, ਖੋਰਸ ਮਾਸਨ ਮੈਂ ਪੈ ਆਇਓ। ਉਹਨੇ ਆਪਣੇ ਸਰੀਰ ਦੇ ਉੱਤੇ 16 ਸ਼ਿੰਗਾਰ ਕੀਤੇ, ਕਿਉਂਕਿ ਹਰ ਗੱਲ ਵਿੱਚ ਇਹ ਨਵ ਤੇ ਸਾਤ ਇਹ ਸ਼ਬਦ ਆ ਰਿਹਾ ਹੈ। ਉਹਦੀ ਜੋ ਸਵਈਆ ਹੈ ਉਹਦੇ ਬਾਰ-ਬਾਰ ਪੰਕਤੀਆਂ ਵਿੱਚ ਨਵ ਕਹਿੰਦੇ 9 ਨੂੰ, ਤੇ ਸਾਤ ਤੋਂ ਭਾਵ 7, 9 ਤੇ 7 16 ਬਣਦੇ ਨੇ। ਭਾਈ ਧੰਨਾ ਜੀ ਕਹਿੰਦੇ ਵੀ 16 ਵਰਿਆਂ ਦੀ ਇੱਕ ਇਸਤਰੀ, ਉਹਨੇ ਆਪਣੇ ਸਰੀਰ ਤੇ 16 ਸ਼ਿੰਗਾਰ ਕੀਤੇ। 16 ਮਹੀਨਿਆਂ ਬਾਅਦ ਉਹਦਾ ਪਤੀ ਪਰਦੇਸ਼ ਤੋਂ ਘਰ ਆਇਆ ਜੀ। ਖੋਰਸ ਕਰ ਕੋ ਚੋਪਰ ਰਚਿਓ, ਖੋਰਸ ਦਾਵ ਲਾਏ ਸੁਖ ਮਜਿਓ। ਉਹਨਾਂ ਨੇ 16 ਘਰਾਂ ਵਾਲਾ ਚੌਪੜ ਵਿਛਾਇਆ, 16 ਦਾ ਪਾਉਣ ਦੀ ਸ਼ਰਤ ਲਾਈ। ਇਸ ਤਰ੍ਹਾਂ ਉਹਨਾਂ ਨੇ ਚੌਪੜ ਦੀ ਖੇਡ ਖੇਡੀ ਜੀ। ਸੋਈ ਖੋਰਸ ਪਇਓ ਪਿਆਇਓ, ਖੋਰਸ ਕੀ ਬਾਜੀ ਜੈ ਪਾਇਓ। ਕੋਈ 16ਵਾਂ ਦਾ ਪਿਆਰੇ ਪਤੀ ਨੇ ਪਾ ਲਿਆ ਤੇ ਚੌਪੜ ਦੀ ਜਿਹੜੀ ਬਾਜੀ ਸੀ ਉਹ ਜਿੱਤ ਲਈ ਜੀ। ਖੋਰਸ ਕਲਾ ਚੰਦ ਮੁਖ ਜੋਈ, ਹਾਰ ਪਾਏ ਤੇ ਸਾਧਨ ਸੋਈ। 16 ਕਲਾ ਸੰਪੂਰਨ ਚੰਦ ਵਰਗੇ ਉਹ ਮੁਖ ਵਾਲੀ ਜੋ ਬੱਚੀ ਹੈ, ਉਹਨੇ ਹਾਰ ਪਾ ਕੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ ਜੀ। ਮਨੋ ਮੇਘ ਮੈਂ ਨਿਸਬਤ ਛਾਇਓ, ਇਮ ਅੰਚਰ ਮੈਂ ਮੁਖ ਦਰਸਾਇਓ। ਕਹਿੰਦੇ ਇਸ ਤਰ੍ਹਾਂ ਮੁਖ ਢੱਕ ਲਿਆ ਕਿ ਜਿਵੇਂ ਬੱਦਲਾਂ ਵਿੱਚ ਚੰਦਰਮਾ ਛੁਪ ਗਿਆ ਹੋਵੇ। ਇਸ ਪ੍ਰਕਾਰ ਆਪਣੇ ਦੁਪੱਟੇ ਨਾਲ, ਪੱਲੇ ਨਾਲ ਮੂੰਹ ਨੂੰ ਢੱਕਿਆ। ਇਸ ਤਰ੍ਹਾਂ ਭਾਈ ਧੰਨਾ ਸਿੰਘ ਜੀ ਨੇ ਅਰਥ ਕਰ ਦਿੱਤੇ। ਕਵੀ ਚੰਦਨ ਕਹਿੰਦਾ ਸੀ ਕਿਸੇ ਨੂੰ ਅਰਥ ਨਹੀਂ ਆਉਣਗੇ, ਤੇ ਨਾਲੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਸੀ ਵੀ ਇਹ ਕਵੀਆਂ ਦੀ ਸਭਾ ਵਿੱਚ ਪੜ੍ਹਿਆ ਜਾਣ ਵਾਲਾ ਨਹੀਂ। ਇਹੋ ਜਿਹੇ ਛੰਦਾਬੰਦੀ ਤੇ ਸਾਡੇ ਭਾਈ ਕਰਦੇ ਰਹਿੰਦੇ ਨੇ। ਅੱਗੇ ਕਵੀ ਜੀ ਬਿਆਨ ਕਰਦੇ ਹਨ ਜੀ। ਸਤਿਗੁਰ ਸਹਿਤ ਸਭਾ ਸਭ ਸੁਨਿਓ, ਅਰਥ ਜਸਾਵਤ ਜਿਵੇਂ ਭਨਿਓ। ਸਤਿਗੁਰੂ ਜੀ ਦੇ ਸਮੇਤ ਸਾਰਿਆਂ ਨੇ ਸਭਾ ਵਿੱਚ ਸੁਣਿਆ, ਜਿਵੇਂ ਭਾਈ ਧੰਨਾ ਸਿੰਘ ਨੇ ਅਰਥ ਬਿਆਨ ਕੀਤੇ ਜੀ। ਸੁਨ ਚੰਦਨ ਕਵ ਤਜ ਅਹੰਕਾਰਾ, ਹਾਥ ਜੋੜ ਗੁਰ ਸਾਥ ਉਚਾਰਾ। ਇਹ ਸੁਣ ਕੇ ਚੰਦਨ ਕਵੀ ਦਾ ਅਹੰਕਾਰ ਜਾਂਦਾ ਰਿਹਾ ਤੇ ਉਹਨੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਜੀ। ਮਹਾਰਾਜ ਬਲ ਨੇ ਬੁੱਧ ਕੇਰਾ, ਕਰਾਮਾਤ ਸਾਹਿਬ ਕੋ ਚੇਰਾ। ਆਖਿਆ ਮਹਾਰਾਜ ਗੁਰੂ ਸਾਹਿਬ ਜੀ ਮੇਰੀ ਬੁੱਧੀ ਬਲਵਾਨ ਨਹੀਂ ਹੈ। ਆਪ ਜੀ ਦੀ ਸ਼ਕਤੀ ਦੇ ਸਾਹਿਬ ਹੋ, ਮਾਲਕ ਹੋ। ਮੈਂ ਤੁਹਾਡਾ ਦਾਸ ਹਾਂ ਜੀ। ਗਰਭ ਨ ਚਲੇ ਆਪ ਕੇ ਆਗੇ, ਸਿਮਰੇ ਨਾਮ ਬਣਾਵਨ ਲਾਗੇ। ਤੁਹਾਡੇ ਅੱਗੇ ਅਹੰਕਾਰ ਨਹੀਂ ਚੱਲ ਸਕਦਾ।
ਜਿਹੜਾ ਵੀ ਤੁਹਾਡੇ ਨਾਮ ਦਾ ਸਿਮਰਨ ਕਰਦਾ ਹੈ ਉਹੀ ਕਵਿਤਾ ਬਣਾਉਣ ਲੱਗ ਜਾਂਦਾ ਹੈ ਜੀ। ਅਬ ਕਲਗੀਧਰ ਬਾਕ ਸੁਨਾਇਓ, ਤੰਨਾ ਸਿੰਘ ਜੋ ਤੋਹੇ ਬਣਾਇਓ। ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਤਰ੍ਹਾਂ ਫਰਮਾਇਆ, ਕਹਿਣ ਲੱਗੇ ਭਾਈ ਧੰਨਾ ਸਿੰਘ ਜੀ, ਜੋ ਤੁਸਾਂ ਛੰਦ ਬਣਾਇਆ ਹੈ ਜੀ, ਸੋ ਪਟ ਇਸ ਦੇ ਅਰਥ ਕਰਾਵੋ, ਸੁਣੋ ਭਲੇ ਪੁਨ ਆਪ ਸੁਨਾਵੋ। ਕਹਿਣ ਲੱਗੇ ਉਸ ਨੂੰ ਪੜ੍ਹ ਕੇ ਉਹਦੇ ਅਰਥ ਇਸ ਕਵੀ ਦੇ ਪਾਸੋਂ ਕਰਾਵੋ, ਭਲੀ ਪ੍ਰਕਾਰ ਸੁਣੋ ਫਿਰ ਆਪ ਸੁਣਾਵੋ ਜੀ। ਸਭਾ ਬਿਖੇ ਜਬ ਸਤਿਗੁਰ ਕਹਿਓ, ਆਸੈ ਸਕਲ ਸਿੰਘ ਨੇ ਲਿਓ। ਸਭਾ ਵਿੱਚ ਜਦੋਂ ਸਤਿਗੁਰੂ ਜੀ ਨੇ ਕਿਹਾ ਤੇ ਭਾਈ ਧੰਨਾ ਸਿੰਘ ਗੁਰੂ ਜੀ ਦੇ ਆਸ਼ੇ ਨੂੰ ਸਮਝ ਗਏ। ਇਸ ਤਰ੍ਹਾਂ ਕਹਿਣ ਲੱਗੇ ਜੀ, ਕਥੋ ਅਰਥ ਜੇ ਕਰ ਲਖ ਪਾਇਓ, ਉਬੇ ਸਵਈਆ ਕਰਿਓ ਸੁਨਾਇਓ। ਆਖਿਆ ਚੰਦਨ ਕਵੀ ਨੂੰ, ਜੇ ਤੂੰ ਅਰਥ ਸਮਝ ਲਵੇਂ ਤੇ ਕਥਨ ਕਰ ਦੇਵੀਂ, ਫਿਰ ਸਵਈਆ ਪੜ੍ਹ ਕੇ ਸੁਣਾਉਣਾ ਕੀਤਾ ਜੀ। ਮੀਨ ਮਰੇ ਜਲ ਕੇ ਬਰਸੇ, ਕਬਹੂ ਪਰੇ ਪਰ ਪਾਵਕ ਪਾਏ। ਇੱਥੇ ਅਰਥ ਜਿਹੜੇ ਨੇ ਇਹ ਵਿਸ਼ਰਾਮ ਦਾ ਹੀ ਵਾਧਾ ਘਾਟਾ ਹੈ। ਭਾਈ ਧੰਨਾ ਜੀ ਨੇ ਜਿਹੜਾ ਸਵਈਆ ਪੜ੍ਹਿਆ ਹੈ, ਓਏ ਮੀਨ ਮਰੇ ਜਲ ਕੇ ਪਰਸੇ, ਕਬਹੂ ਨ ਮਰੇ ਪਰ ਪਾਵਕ ਪਾਈ। ਜੇ ਇਸ ਤਰ੍ਹਾਂ ਪੜ੍ਹਿਆ ਜਾਵੇ ਤੇ ਇਹਦਾ ਅਰਥ ਹੁੰਦਾ ਹੈ, ਜਲ ਨੂੰ ਛੂਹਦਿਆਂ ਹੀ ਮੱਛੀ ਮਰ ਜਾਂਦੀ ਹੈ, ਪਰ ਅੱਗ ਵਿੱਚ ਪਾਇਆ ਕਦੇ ਨਹੀਂ ਮਰਦੀ। ਹਾਥੀ ਮਰੇ ਮਦ ਕੇ ਪਰਸੇ, ਕਬਹੂ ਨ ਮਰੇ ਤਨ ਤਾਪ ਕੇ ਆਏ। ਹਾਥੀ ਸ਼ਰਾਬ ਪੀ ਕੇ ਮਰ ਜਾਂਦਾ ਹੈ, ਪਰ ਤਨ ਤੇ ਬੁਖਾਰ ਹੋਵੇ ਤੇ ਕਦੇ ਨਹੀਂ ਮਰਦਾ। ਤੀਆ ਮਰੇ ਪੀਆ ਕੇ ਪਰਸੇ, ਕਬਹੂ ਨ ਮਰੇ ਪਰਦੇਸ ਸਦਾਈ। ਇਸਤਰੀ ਜਦੋਂ ਉਹਦਾ ਭਰਤਾ ਉਹਦੇ ਪਾਸ ਹੋਵੇ, ਉਹਦੇ ਸੰਗ ਹੋਵੇ ਤੇ ਮਰ ਜਾਂਦੀ ਹੈ, ਤੇ ਕਦੇ ਨਹੀਂ ਮਰਦੀ ਜੇ ਪਰਦੇਸ ਚਲੇ ਜਾਵੇ। ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਈ। ਹੁਣ ਇਹ ਚਿੱਤ ਲਾ ਕੇ ਵਿਚਾਰਨ ਵਾਲੀ ਗੱਲ ਸੀ। ਇਹਦੇ ਅਰਥ ਜਿਹੜੇ ਇਸ ਤਰ੍ਹਾਂ ਸਨ, ਮੀਨ ਮਰੇ ਜਲ ਕੇ ਪਰਸੇ, ਕਬਹੂ ਨ ਮਰੇ ਪਰ ਪਾਵਕ ਪਾਈ। ਵਿਸ਼ਰਾਮ ਦਾ ਹੇਰ ਫੇਰ ਹੈ। ਹਾਥੀ ਮਰੇ ਮਦ ਕੇ ਪਰਸੇ, ਕਬਹੂ ਨ ਮਰੇ ਤਨ ਤਾਪ ਕੇ ਆਏ। ਤੀਆ ਮਰੇ ਪੀਆ ਕੇ ਪਰਸੇ, ਕਬਹੂ ਨ ਮਰੇ ਪਰਦੇਸ ਛਦਾਏ। ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਫਿਰ ਇਹਦਾ ਦੂਜਾ ਬੰਦ ਚੰਦਨ ਕਵੀ ਜੀ ਨੇ ਪੜ੍ਹਿਆ, ਭਾਈ ਧੰਨਾ ਸਿੰਘ ਨੇ ਪੜ੍ਹਿਆ, ਚੰਦਨ ਕਵੀ ਨੂੰ ਸੁਣਾਉਣਾ ਕੀਤਾ ਹੈ। ਇਹਦੇ ਸਹੀ ਜਿਹੜੇ ਵਿਸ਼ਰਾਮ ਆ ਉਹ ਲਾ ਕੇ ਆਪਾਂ ਪੜ੍ਹਦੇ ਹਾਂ। ਕੌਲ ਮਰੇ ਰਬ ਕੇ ਪਰਸੇ, ਕਬਹੂ ਨ। ਜਦੋਂ ਸੂਰਜ ਦੀ ਧੁੱਪ ਲੱਗਦੀ ਹੈ, ਕਮਲ ਫੁੱਲ ਤੇ ਪੈਂਦੀ ਹੈ, ਤੇ ਫਿਰ ਉਹ ਕਦੇ ਮਰਦਾ ਨਹੀਂ। ਮਰੇ ਸੱਸ ਕੀ ਛਬ ਪਾਏ, ਚੰਦਨ ਚੰਦ ਦੀਆਂ ਕਿਰਨਾਂ ਪਾ ਕੇ ਉਹ ਮਰ ਜਾਂਦਾ ਹੈ, ਭਾਵ ਮੁਰਝਾ ਜਾਂਦਾ ਹੈ। ਮਿੱਤਰ ਮਰੇ ਮਿੱਤ ਕੇ ਮਿਲ ਕੇ, ਕਬਹੂ ਨ। ਮਿੱਤਰ ਆਪਣੇ ਮੀਤ ਦੇ ਮਿਲਣ ਨਾਲ ਕਦੇ ਨਹੀਂ ਮਰਦਾ। ਮਰੇ ਜਬ ਦੂਰ ਸੁਧਾਏ, ਪਰ ਜਦੋਂ ਉਹ ਮੀਤ ਦੂਰ ਚਲੇ ਜਾਂਦਾ ਹੈ, ਉਸ ਵੇਲੇ ਮਰ ਜਾਂਦਾ ਹੈ, ਜਦੋਂ ਵਿਛੋੜਾ ਪੈ ਜਾਂਦਾ ਹੈ। ਸਿੰਘ ਮਰੇ ਜਬ ਮਾਸ ਮਿਲੇ, ਕਬਹੂ ਨ। ਕਹਿੰਦੇ ਜਿਹੜਾ ਸ਼ੇਰ ਹੈ, ਜੇ ਉਹਨੂੰ ਮਾਸ ਮਿਲਦਾ ਰਵੇ ਤੇ ਫਿਰ ਕਦੇ ਨਹੀਂ ਮਰਦਾ, ਖੁਰਾਕ ਮਿਲਦੀ ਰਵੇ। ਮਰੇ ਜਬ ਹਾਥ ਨਾ ਆਵੇ,
ਉਦੋਂ ਮਰਦਾ ਜਦੋਂ ਖੁਰਾਕ ਨਹੀਂ ਮਿਲਦੀ। ਗੂੜ ਮੈਂ ਬਾਤ ਕਹੀ ਤਿਜ ਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਈ। ਜਦੋਂ ਇਹ ਸਵਈਆ ਛੰਦ ਭਾਈ ਧੰਨਾ ਸਿੰਘ ਨੇ ਪੜ੍ਹਿਆ ਹੈ ਜੀ। ਧੰਨਾ ਸਿੰਘ ਬਣਾਏ ਸੁਣਾਏ, ਚੰਦਨ ਕਵ ਕੇ ਅਰਥ ਨ ਆਏ। ਧੰਨਾ ਸਿੰਘ ਨੇ ਇਸ ਪ੍ਰਕਾਰ ਬਣਾ ਕੇ ਆਪਣੇ 2 ਸਵਈਏ ਸੁਣਾਏ ਹਨ, ਪਰ ਚੰਦਨ ਕਵੀ ਨੂੰ ਉਸ ਦੇ ਅਰਥ ਨਾ ਆਏ ਜੀ। ਰਹਿ ਵਿਚਾਰ ਸਥਿਰ ਚਿਰ ਕਾਲਾ, ਪੁਨ ਲੱਜਾ ਤਨ ਰਹਿਓ ਬਿਸਾਲਾ। ਕਹਿੰਦੇ ਕਾਫੀ ਦੇਰ ਤੱਕ ਵਿਚਾਰਦਾ ਰਿਹਾ ਚੰਦਨ ਕਵੀ, ਫਿਰ ਬਹੁਤ ਸ਼ਰਮਿੰਦਾ ਹੋ ਕੇ ਬੈਠ ਗਿਆ ਜੀ। ਭਇਓ ਦੀਨ ਤਬ ਗੁਰ ਅਗਵਾਈ, ਮੁਖ ਤੇ ਕਛੂ ਨ ਬੋਲਿਓ ਜਾਈ। ਫਿਰ ਗੁਰੂ ਜੀ ਦੇ ਅੱਗੇ ਦੀਨ ਹੋ ਗਿਆ, ਨਿਮਾਣਾ ਹੋ ਗਿਆ, ਮੁਖ ਤੋਂ ਕੁਝ ਬੋਲਿਆ ਨਹੀਂ ਸੀ ਜਾਂਦਾ ਜੀ। ਮਹਿਮਾ ਮਹਾਜਾਨ ਪ੍ਰਭ ਤੇਰੀ, ਬਿਨਤੀ ਕਰਤ ਪਇਓ ਤਿਸ ਬੇਰੀ। ਗੁਰੂ ਜੀ ਦੀ ਮਹਾਨ ਮਹਿਮਾ ਨੂੰ ਜਾਣ ਕੇ ਉਸ ਸਮੇਂ ਬੇਨਤੀ ਕਰਨ ਲੱਗਾ ਜੀ। ਜੇ ਰਾਵਰ ਕੀ ਚਰਨੀ ਲਾਗੇ, ਮੂਰਖ ਪੀਜਾ ਤੁਰ ਬੜ ਪਾਗੇ। ਆਖਿਆ ਸਤਿਗੁਰੂ ਜੀ, ਜਿਹੜਾ ਆਪ ਜੀ ਦੇ ਚਰਨਾਂ ਨਾਲ ਲੱਗ ਜਾਵੇ ਉਹ ਵਡਭਾਗਾ ਮੂਰਖ ਵੀ ਚਾਤਰ ਹੋ ਜਾਂਦਾ ਹੈ ਜੀ। ਕੌਣ ਚਹੇ ਸਮਤਾ ਤਨ ਤੇਰੀ, ਚਹੇ ਜੋ ਹੋਏ ਦਸਾ ਜਸ ਮੇਰੀ। ਫਿਰ ਸਤਿਗੁਰੂ ਜੀ, ਇਹਨਾਂ ਦੀ ਕੌਣ ਬਰਾਬਰੀ ਕਰ ਸਕਦਾ ਹੈ ਜਿਹੜੇ ਆਪ ਜੀ ਦੀ ਸ਼ਰਨ ਵਿੱਚ ਆ ਜਾਣ? ਕੌਣ ਬਰਾਬਰੀ ਕਰਨੀ ਚਾਹੁੰਦਾ ਹੈ? ਚਾਹੇ ਜੋ ਹੋਏ ਦਸ਼ਾ ਜਸ ਮੇਰੀ। ਜਿਹੜਾ ਵੀ ਚਾਹੁੰਦਾ ਹੈ ਕਿ ਮੈਂ ਗੁਰੂ ਦੇ ਸਿੱਖਾਂ ਦੀ, ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਵਿਦਵਾਨਾਂ ਦੀ ਬਰਾਬਰੀ ਕਰ ਲਵਾਂ, ਉਹਦੀ ਮੇਰੇ ਵਰਗੀ ਹਾਲਤ ਹੁੰਦੀ ਹੈ ਜੀ। ਬੋਲਿਓ ਦੀਨ ਗੁਰਬ ਜਬ ਰਹਿਓ, ਸ੍ਰੀ ਗੁਰ ਸੋਪੀ ਰਾਖਣ ਕਰਿਓ। ਜਦ ਅਹੰਕਾਰ ਛੱਡ ਦਿੱਤਾ ਤਾਂ ਬਹੁਤ ਦੀਨ ਹੋ ਕੇ ਬੋਲਿਆ। ਸ੍ਰੀ ਸਤਿਗੁਰੂ ਜੀ ਨਾਲ ਵੀ ਰੱਖ ਲਈ ਜੀ। ਇਸੀ ਪ੍ਰਕਾਰ ਅਨਕ ਗੁਣਵੰਤੇ, ਸੁਨ ਸੁਨ ਜਸ ਕੋ ਆਏ ਰਹੰਤੇ। ਇਸ ਪ੍ਰਕਾਰ ਅਨੇਕਾਂ ਹੀ ਬੁੱਧੀਵਾਨ ਗੁਣਵਾਨ ਗੁਰੂ ਜੀ ਦੇ ਜਸ ਨੂੰ ਸੁਣ ਸੁਣ ਕੇ ਆਉਂਦੇ ਰਹਿੰਦੇ ਸਨ ਜੀ। ਹਰ ਚਰਚਾ ਪ੍ਰਭ ਕੋ ਪਰਚਾਵੈ, ਅਨਕ ਜੁਗਤ ਜਤ ਕਵਤ ਸੁਣਾਵੈ। ਤੇ ਚਰਚਾ ਕਰਕੇ ਸਤਿਗੁਰੂ ਜੀ ਨੂੰ ਪ੍ਰਸੰਨ ਕਰਦੇ ਸਨ। ਅਨੇਕ ਜੁਗਤੀਆਂ ਨਾਲ ਬਣਾ ਕੇ ਕਵਿਤ ਸੁਣਾਉਂਦੇ ਸਨ ਜੀ। ਭਗਤ ਸਲੇਤ ਮਹਾਮਨ ਪਾਈ, ਰੀਜੇ ਹਿਰਦੇ ਗੁਣ ਨ ਅਧਿਕਾਈ। ਗੁਰੂ ਜੀ ਪਾਸੋਂ ਮਹਾਨ ਬਖਸ਼ਿਸ਼ ਲੈਂਦੇ ਸਨ ਤੇ ਗੁਣਵਾਨਾਂ ਦੇ ਹਿਰਦੇ ਬਹੁਤ ਪ੍ਰਸੰਨ ਹੋ ਜਾਂਦੇ ਸਨ ਜੀ। ਇੱਕ ਦਿਨ ਗੁਰ ਕੇ ਸਭਾ ਮੈਂ, ਸ੍ਰੀ ਅਰਜਨ ਕੀ ਰਹਤਾ। ਇਸ ਤਰ੍ਹਾਂ ਗੁਰੂ ਦਰਬਾਰ ਵਿੱਚ ਚੰਦਨ ਕਵੀ ਦਾ ਅਹੰਕਾਰ ਟੁੱਟਾ ਹੈ। ਇੱਕ ਦਿਨ ਗੁਰੂ ਜੀ ਨੇ ਸਭਾ ਵਿੱਚ ਕਿਹਾ ਕਿ ਇਹ ਜੋ ਸਮਾਂ ਚੱਲ ਰਿਹਾ ਹੈ, ਇਹ ਜੋ ਯੁੱਗ ਕਲਯੁਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਖਮਣੀ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਪਜੀ ਸਾਹਿਬ ਦੇ ਪਾਠ ਦੀ ਵੱਡੀ ਮਹਿਮਾ ਹੋਵੇਗੀ ਜੀ। ਅਲ ਮਹਿਮਾ ਸੁਖਮਨੀ, ਬਹੁ ਜਪਜੀ ਮਾਮਾ ਮੈਤ। ਜਿਨ ਕੇ ਸੇਵਨ ਤੇ ਮਿਟੈ, ਬਿਗਨ ਕਲਪ ਸਮੁਦਾਏ। ਜਿਹਦਾ ਸਿਮਰਨ ਕਰਨ ਦੇ ਨਾਲ ਸਭ ਪਾਪ ਤੇ ਵਿਘਨ ਮਿਟ ਜਾਣਗੇ। ਜਿਹੜਾ ਗੁਰਬਾਣੀ ਨਾਲ ਜੁੜੇਗਾ, ਨਿਤਾ ਪ੍ਰਤੀ ਪਾਠ ਕਰੇਗਾ, ਉਹਦੇ ਸਾਰੇ ਪਾਪ ਦੂਰ ਹੋਣਗੇ
ਉਹਦੇ ਵਿਘਨ ਵੀ ਮਿਟ ਜਾਵਨਗੇ ਜੀ। ਨਿਤ ਪਾਠ ਚਿਤ ਪ੍ਰਤ ਤੇ ਅੰਤ ਪਲੀ ਗਤ ਪਾਏ। ਪ੍ਰੀਤ ਧਾਰ ਕੇ ਨਿਤ ਪਾਠ ਕਰਨ ਨਾਲ ਅੰਤ ਵਿੱਚ ਭਲੀ ਗਤੀ ਪ੍ਰਾਪਤ ਕਰੇਗਾ ਜੀ। ਸੁਨ ਕਰ ਤਬ ਨੰਦ ਲਾਲ ਇੱਕ ਪੰਡਤ ਪਿੰਡੀ ਲਾਲ। ਇਹ ਸੁਣ ਕੇ ਭਾਈ ਨੰਦ ਲਾਲ ਤੇ ਇੱਕ ਪਿੰਡੀ ਲਾਲ ਨਾਮ ਦਾ ਜੋ ਪੰਡਤ ਸੀ ਜੀ। ਦੋਨੋਂ ਬੂਝਣ ਲਗੇ ਸਭ ਮਹਿਮਾ ਜਥਾ ਵਿਸਾਲ। ਉਹ ਦੋਵੇਂ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੀ ਵਿਸ਼ਾਲ ਮਹਿਮਾ ਬਾਰੇ ਪੁੱਛਣ ਲੱਗੇ ਹਨ ਜੀ। ਸ੍ਰੀ ਅਰਜਨ ਜੀ ਰਚੀਏ ਸ੍ਰੀ ਨਾਨਕ ਜਪ ਕੀਨਾ। ਜੋ ਜਪਜੀ ਸਾਹਿਬ ਦੀ ਬਾਣੀ ਹੈ ਅਸਲ ਵਿੱਚ ਨਾਮ ਬਾਣੀ ਦਾ ਹੈ ਜਪ, ਤੇ ਜੀ ਅਸੀਂ ਸਤਿਕਾਰ ਵਜੋਂ ਲਾਉਂਦੇ ਹਾਂ, ਤੇ ਜਦੋਂ ਇਕੱਠਾ ਬੋਲਦੇ ਹਾਂ ਫਿਰ ਜਪਜੀ ਸ਼ਬਦ ਬਣ ਜਾਂਦਾ ਹੈ ਬਾਣੀ ਦਾ ਨਾਮ ਜਪ। ਜਪ ਜੀ ਸਾਹਿਬ, ਸਾਹਿਬ ਵੀ ਆਪਾਂ ਸਤਿਕਾਰ ਵਜੋਂ ਲਾਉਂਦੇ ਹਾਂ। ਕਹਿੰਦੇ ਇਹ ਜੋ ਜਪਜੀ ਸਾਹਿਬ ਬਾਣੀ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਚੀ ਹੈ, ਤੇ ਸੁਖਮਨੀ ਸਾਹਿਬ ਦੀ ਜੋ ਬਾਣੀ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਰਚੀ ਹੈ ਜੀ। ਸ੍ਰੀ ਮੁਖ ਤੇ ਵਰਨੋ ਬੈ ਜਤਾ ਮਹਾਤਮ ਪੀਨਾ। ਇਹਨਾਂ ਬਾਣੀਆਂ ਦਾ ਜੋ ਵੀ ਵੱਡਾ ਮਹੱਤਮ ਹੈ ਆਪਣੇ ਮੁਖ ਤੋਂ ਵਰਣਨ ਕਰੋ ਜੀ। ਇਤਨੇ ਬਿਖੇ ਨੰਦ ਸਿੰਘ ਕਹਿਓ ਮਹਾਰਾਜ ਮੈਂ ਚਰਜ ਲਹਿਓ। ਇਹਨੇ ਵਿੱਚ ਨੰਦ ਸਿੰਘ ਨੇ ਆਖਿਆ ਮਹਾਰਾਜ ਮੈਂ ਇੱਕ ਅਚਰਜ ਵੇਖਿਆ ਹੈ ਜੀ। ਵਿੱਚ ਸਰਾਏ ਕੇ ਇੱਕ ਸਿੱਖ ਹੈ ਰਾਤ ਸਹੀ ਮੈਂ ਪਰਵਸਿਓ ਪ੍ਰੀਤ ਬਡੇਰਾ। ਇਹ ਨੰਦ ਚੰਦ ਨੇ ਆ ਕੇ ਆਖਿਆ ਵੀ ਸਰਾਂ ਵਿੱਚ ਮੈਂ ਇੱਕ ਸਿੱਖ ਵੇਖਿਆ, ਏਦਾਂ ਲੱਗਦਾ ਹੈ ਉਹਦੇ ਵਿੱਚ ਕਿਸੇ ਪ੍ਰੇਤ ਨੇ ਪ੍ਰਵੇਸ਼ ਕੀਤਾ ਹੈ ਜੀ। ਇਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਟਿਕ ਆਏ। ਇਹਨਾਂ ਪ੍ਰਸੰਗ ਚੱਲ ਰਿਹਾ ਸੀ ਕਿ ਬਹੁਤ ਗੁਣੀ ਕਵੀ ਗੁਰੂ ਜੀ ਦੇ ਪਾਸ ਆ ਗਏ। ਉਹ ਜਿਹੜੀ ਗੱਲ ਸੀ ਉਹ ਕਵੀ ਜੀ ਨੇ ਉੱਥੇ ਰੋਕ ਕੇ ਅੱਗੇ ਕਵੀਆਂ ਦੇ ਆਉਣ ਬਾਰੇ ਜ਼ਿਕਰ ਕੀਤਾ ਹੈ ਕਿ ਕਵੀ ਗੁਣੀ ਗਨ ਗੁਰ ਢਿਗ ਆਏ। ਬਹੁਤ ਗੁਣੀ ਕਵੀ ਗੁਰੂ ਜੀ ਦੇ ਪਾਸ ਆਏ ਜੀ। ਬਚਨ ਸੁਨਨ ਕੋ ਪਰਚਾ ਜੋਏ ਜਿਨ ਕੇ ਸੰਗ ਕਰੇ ਰਸ ਸੋਏ। ਕਵੀ ਜੀ ਕਹਿੰਦੇ ਨੇ ਕਿ ਪੜ੍ਹਨ ਸੁਣਨ ਵਿੱਚ ਜਿਹੜੇ ਗੁਰੂ ਜੀ ਦਾ ਸੰਗ ਕਰਦੇ ਸਨ, ਸਾਥ ਕਰਦੇ ਸਨ, ਸੰਗਤ ਵਿੱਚ ਬੈਠਦੇ ਸਨ, ਔਰ ਦਿਲ ਪਰਚਾਵਾ ਵੀ ਹੁੰਦਾ ਸੀ ਜਿਨ੍ਹਾਂ ਦੇ ਨਾਲ ਗੁਰੂ ਜੀ ਮਿਲ ਕੇ ਰਸਮਈ ਚਰਚਾ ਕਰਦੇ ਸਨ ਜੀ। ਵਿਧੀ ਚੰਦ ਪੰਡਤ ਬ੍ਰਜ ਲਾਲ ਖਾਨ ਚੰਦ ਅਰ ਚੰਦ ਨਿਹਾਲ। ਇਹ ਸਭਾ ਵਿੱਚ ਬਹਿ ਕੇ ਗੁਰੂ ਸਾਹਿਬ ਜੀ ਦੇ ਨਾਲ ਭਾਈ ਵਿਧੀ ਚੰਦ ਦੀ ਗੱਲ ਕੀਤੀ। ਇਹ ਕਵੀ ਦਾ ਨਾਂ ਹੈ। ਪੰਡਤ ਬ੍ਰਿਜ ਲਾਲ, ਖਾਨ ਚੰਦ ਤੇ ਨਿਹਾਲ ਚੰਦ ਜੋ ਕਵੀ ਸਨ ਜੀ। ਮਾਨ ਦਾਸ ਬੈਰਾਗੀ ਦੇਵ ਸੈਨਾਪਤ ਪੰਡਤ ਸੁਖਦੇਵ। ਮਾਨਦਾਸ ਬੈਰਾਗੀ ਸੈਨਾਪਤੀ, ਇਸ ਤਰ੍ਹਾਂ ਪੰਡਤ ਸੁਖਦੇਵ, ਇਹ ਸਾਰੇ ਜਿੰਨੇ ਵੀ ਗੁਣਵਾਨ ਹਨ ਜੀ। ਆਲਮ ਸਾਹ ਮਦਨ ਗਿਰ ਆਇਓ ਬਿਰਖਾ ਸੁਖੂ ਗੁਨੀਆ ਪਾਇਓ। ਆਲਮ ਸ਼ਾਹ ਤੇ ਮਦਨ ਪਹਾੜੀ ਆਇਆ, ਬਿਰਖਾ ਸੁਖੂ ਤੇ ਗੁਣੀਆਂ ਵੀ ਪਹੁੰਚ ਗਏ ਜੀ। ਗੁਨਾ ਅਲੀ ਹੁਸੈਨ ਰੋ ਅਲ ਉਦੇ ਰਾਮ ਰਾਵਲ ਕਰ ਬਲ। ਇਹ ਗੁਨਾ ਤੇ ਅਲੀ ਹੁਸੈਨ ਅਲ ਉਹਦੇ ਰਾਗ ਰਾਵਲ ਤੇ ਜੋ ਬਲ ਕਵੀ ਹੈ ਜੀ।
ਸੁਖੀਆ ਧਰਮ ਸਿੰਘ ਅਰ ਚੰਦਾ ਬਲਬ ਕਰ ਕੁਵਰੇਸ ਬਲੰਦਾ ਸੁਖੀਆ ਧਰਮ ਸਿੰਘ ਤੇ ਚੰਦਾ ਕਵੀ, ਬਲਬ ਕਵੀ ਤੇ ਵੱਡਾ ਕੁਵਰੇਸ਼ ਕਵੀ ਆਏ ਹਨ ਜੀ। ਮੱਧੂ ਲੱਖਾ ਏ ਸੁਰਦਾਸ ਧਿਆਨ ਸਿੰਘ ਤੰਨਾ ਸਿੰਘ ਦਾਸ ਭਾਈ ਮੱਧੂ ਲੱਖਾ ਈਸ਼ਰ ਦਾਸ ਧਿਆਨ ਸਿੰਘ ਤੇ ਭਾਈ ਧੰਨਾ ਸਿੰਘ ਸੇਵਕ ਵੀ ਆਏ ਜੀ। ਹੰਸ ਰਾਮ ਆਦਿਕ ਕਵ ਔਰ ਵਿਦਿਆਵੰਤਨ ਕੇ ਸਿਰ ਮੋਰ ਹੰਸ ਰਾਮ ਆਦਿਕ ਹੋਰ ਜਿਹੜੇ ਕਵੀ ਸਨ, ਜਿਹੜੇ ਸ਼੍ਰੋਮਣੀ ਵਿਦਵਾਨ ਸਨ ਜੀ। ਰਤਕ ਪ੍ਰਤਕ ਸਭ ਟੇਕਿਓ ਮਾਤਾ ਬੈਠੇ ਸਭਾ ਦੇਖ ਗੁਰ ਨਾਥਾ ਸਾਰਿਆਂ ਨੇ ਵੱਖ-ਵੱਖ ਤੌਰ ਤੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਭਾ ਦੇ ਵਿੱਚ ਬੈਠ ਗਏ ਜੀ। ਇਨ ਪਸਚਾਤੀ ਆਏ ਸਤਾਬੀ ਸਦੂ ਮਧੂ ਦੋਨ ਰਬਾਬੀ ਇਹਨਾਂ ਤੋਂ ਬਾਅਦ ਬੜੀ ਛੇਤੀ ਭਾਈ ਸੱਦੂ ਭਾਈ ਮੱਧੂ ਦੋਵੇਂ ਰਬਾਬੀ ਆ ਗਏ ਜੀ। ਕੀਰਤਨ ਕਰਨ ਲਗੇ ਤਬ ਆਏ ਤੇਰ ਚਿਤ ਜਬੇ ਤੇਰੇ ਸਮੁਦਾਏ ਉਹ ਆ ਕੇ ਕੀਰਤਨ ਕਰਨ ਲੱਗ ਪਏ, ਫਿਰ ਸਾਰੇ ਸਥਿਰ ਚਿੱਤ ਹੋ ਕੇ ਬੈਠ ਗਏ ਜੀ। ਤਬ ਸਿਰ ਮੁਖ ਤੇ ਉਤਰ ਕਹਿਓ ਪ੍ਰੇਤ ਲਗਿਓ ਜਹ ਸੁਖ ਤੇ ਲਹਿਓ ਤਾਂ ਸਤਿਗੁਰੂ ਜੀ ਨੇ ਫਿਰ ਉੱਤਰ ਦਿੱਤਾ, ਕਹਿਣ ਲੱਗੇ ਪ੍ਰੇਤ ਲੱਗਾ ਹੋਇਆ ਜੇ ਸਿੱਖ ਦੇ ਤੁਸੀਂ ਵੇਖਿਆ ਹੈ ਜੀ। ਸੋਨੈ ਪਟਤ ਹੋਮ ਜਪ ਰਸਨਾ ਜਨੋ ਕੰਠ ਤਿਨ ਪਰ ਕਛ ਬਸਨਾ ਸੋਨੈ ਪਟਤ ਹੋਗ ਜਪ ਰਸਨਾ, ਕਹਿੰਦੇ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ। ਜਿਨ੍ਹਾਂ ਨੂੰ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਹੁੰਦਾ ਏ ਉਹਨਾਂ ਉੱਤੇ ਕੋਈ ਐਸਾ ਵਸ ਨਹੀਂ ਚੱਲਦਾ। ਤੇ ਗੁਰਬਾਣੀ ਵਿੱਚ ਜ਼ਿਕਰ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਪਰ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਉੱਤੇ ਕੋਈ ਅਸਰ ਨਹੀਂ ਹੈ। ਜਿਹੜਾ ਗੁਰਮੁਖ ਹੈ ਉਹਦੇ ਉੱਤੇ ਕੋਈ ਅਸਰ ਨਹੀਂ ਹੈ। ਜਿਹੜਾ ਮਨਮੁਖ ਹੈ ਉਹਨਾਂ ਦੇ ਉੱਤੇ ਇਹੋ ਜਿਹਾ ਦਾ ਅਸਰ ਹੁੰਦਾ ਹੈ। ਇਸ ਵਾਸਤੇ ਗੁਰਬਾਣੀ ਨਾਲ ਜੁੜੋ, ਪ੍ਰਭੂ ਦਾ ਨਾਮ ਜਪੋ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰਿਆ ਕਰੋ। ਸਤਿਗੁਰੂ ਜੀ ਦੇ ਨਾਲ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਹੈ ਤੇ ਵਿਕਾਰਾਂ ਤੋਂ ਮਨੁੱਖ ਆਜ਼ਾਦ ਰਹਿੰਦਾ ਹੈ। ਵਿਕਾਰਾਂ ਦਾ ਪ੍ਰਭਾਵ ਨਹੀਂ ਪੈਂਦਾ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਪਾਵਨ ਦਰ ਦੀ ਹਾਜ਼ਰੀ ਭਰਨ ਦਾ ਬਲ ਬਖਸ਼ਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।